जो पीपीए होए ने जो एग्रीमेंट होए ने प्राइवेट थर्मल प्लांटां दे नाल की वो सही है। समझौते जिहड़े है प्राइवेट कंपनियां नाल कीते है ਉਹ समझौते दी जिहड़ियां शर्तां ने उस हिसाब नाल PSPCL ਕੋਲ कोई हक नहीं है कि वो एक तरफा समझौते रद्द कर दे। कांग्रेस कहती है वो रद्द होने चाहिए, अकाली दल ने कीते वो कहते नहीं रद्द होने चाहिए। संभावनावां की ने कि एक यूनिट ही 600-700 मैगावाट बंद हुई तो की उहदे नाल असी बिजली पूरी कर ली। मैं सीधे ते स्पष्ट गल च कहां कि ये उस समय की सूबा सरकार ने जो ये फैसला लिया कि तीनों प्लांट प्राइवेट सैक्टर च लाते वो गलत फैसला से। लॉन्ग टर्म PPA करने पैने हैं। जे लॉन्ग टर्म PPA ਤਾਂ ਹੀ ਕਰਨੇ ਪੈਣੇ ਜੇ ਕਰਾਂਗੇ ਤਾਂ ਸਾਨੂੰ ਫਿਕਸ ਚਾਰਜ ਤਾਂ ਦੇਣੇ ਹੀ ਪੈਣੇ ਹੈ। ਇਹ ਕੋਈ ਇਹਨਾਂ ਨਾਲ ਕਰਕੇ ਕੋਈ ਗਲਤ ਕੰਮ ਨਹੀਂ ਕੀਤਾ कि पंजाब सरकार PSPCL ਨੂੰ ਉਹ ਬਣਦਾ ਪੈਸਾ ਦੇ ਰਹੀ ਹੈ ਜਾਂ ਫਿਰ ਸਮਰੱਥ ਹੈ ਪੰਜਾਬ ਸਰਕਾਰ ਇਹ ਦੇਣ ਦੇ ਵਿੱਚ। ਅੱਜ ਦੀ ਤਰੀਕ 'ਚ ਵੀ ਤਕਰੀਬਨ 6500 ਕਰੋੜ ਰੁਪਈਆ ਜਿਹੜੀ ਸਬਸਿਡੀ ਬਿੱਲ ਪੈਂਡਿੰਗ ਹੈ ਅੱਜ ਦੀ ਤਰੀਕ 'ਚ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਪੰਜਾਬ ਦੇ ਵਿੱਚ ਇੱਕ ਚੀਜ਼ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਬੜੀ ਖਿੱਚੋਤਾਣ ਚੱਲ ਰਹੀ ਹੈ, ਉਹ ਹੈ ਸਾਡੇ ਪੰਜਾਬ ਦੇ ਵਿੱਚ ਬਿਜਲੀ ਦੀਆਂ ਸੰਭਾਵਨਾਵਾਂ ਔਰ ਬਿਜਲੀ ਦੀਆਂ ਸਮੱਸਿਆਵਾਂ। ਤਿੰਨੋਂ ਪਾਰਟੀਆਂ ਵੱਖ-ਵੱਖ ਐਲਾਨ ਕਰ ਚੁੱਕੀਆਂ ਨੇ ਆਲਰੇਡੀ। ਅਕਾਲੀ ਦਲ ਨੇ ਵੀ ਕਹਿਤਾ ਕਿ ਅਸੀਂ 300 ਯੂਨਿਟ ਤੱਕ ਦੇਣਾ ਹੈ, ਆਮ ਆਦਮੀ ਪਾਰਟੀ ਨੇ ਕਹਿਤਾ ਅਸੀਂ 300 ਯੂਨਿਟ ਤੱਕ ਦੇਣਾ ਹੈ ਔਰ ਕਾਂਗਰਸ ਨੇ ਆਲਰੇਡੀ ਕਹਿਤਾ ਕਿ ਅਸੀਂ 300 ਯੂਨਿਟ ਤੱਕ ਮੁਆਫ ਕਰ ਰਹੇ ਹਾਂ ਜਾਂ ਜਿਨ੍ਹਾਂ ਦਾ 2 ਕਿਲੋਵਾਟ ਤੋਂ ਜੋ ਖਰਚਾ ਉਹ ਘੱਟ ਹੈ ਉਹਨਾਂ ਦੇ ਅਸੀਂ ਬਿੱਲ ਮੁਆਫ ਕਰ ਦਿੰਦੇ ਹਾਂ। ਸਰਕਾਰ ਪੱਧਰ ਤੇ ਔਰ PSPCL ਦੇ ਪੱਧਰ ਤੇ ਆਪਸ ਦੇ ਵਿੱਚ ਕਨੈਕਸ਼ਨ ਕਿਸ ਤਰ੍ਹਾਂ ਦਾ ਕਿ PSPCL ਦਾ ਖਰਚਾ ਪੰਜਾਬ ਸਰਕਾਰ ਭਰ ਰਹੀ ਹੈ ਕਿ ਪੰਜਾਬ ਸਰਕਾਰ ਸਮਰੱਥ ਹੈ ਜੋ ਖਰਚੇ ਨੇ ਉਹ ਪੂਰੇ ਕਰਨ ਦੇ ਲਈ। ਦੂਜੀ ਗੱਲ ਜੋ PPA ਹੋਏ ਨੇ ਜੋ ਐਗਰੀਮੈਂਟ ਹੋਏ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਕੀ ਉਹ ਸਹੀ ਹੈ। ਕਾਂਗਰਸ ਕਹਿੰਦੀ ਹੈ ਉਹ ਰੱਦ ਹੋਣੇ ਚਾਹੀਦੇ, ਅਕਾਲੀ ਦਲ ਨੇ ਕੀਤੇ ਉਹ ਕਹਿੰਦੇ ਨਹੀਂ ਰੱਦ ਹੋਣੇ ਚਾਹੀਦੇ। ਸੰਭਾਵਨਾਵਾਂ ਕੀ ਨੇ ਰੱਦ ਹੋਣੇ ਚਾਹੀਦੇ ਆ ਜਾਂ ਨਹੀਂ ਹੋਣੇ ਚਾਹੀਦੇ। ਮੇਰੇ ਨਾਲ ਰਿਟਾਇਰਡ ਇੰਜੀਨੀਅਰ ਸਾਹਿਬ ਨੇ, PSPCL ਦੇ ਵਿੱਚੋਂ ਰਿਟਾਇਰਡ ਨੇ। ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ ਕਿ ਪੰਜਾਬ ਦੇ ਲਈ ਚੰਗਾ ਕੀ ਹੈ ਮਾੜਾ ਕੀ ਹੈ, ਖਾਸ ਕਰਕੇ ਬਿਜਲੀ ਨੂੰ ਲੈ ਕੇ। ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਜੀ ਆ, ਇੱਧਰ ਸਰਦਾਰ ਮਲਕੀਤ ਸਿੰਘ ਜੀ ਆ। ਅਸੀਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਲਈ ਚੰਗਾ ਕੀ ਹੈ, ਕੀ ਐਗਰੀਮੈਂਟ ਜੇ ਕਾਂਗਰਸ ਰੱਦ ਕਰਦੀ ਹੈ ਤਾਂ ਉਹ ਹੋਣੇ ਚਾਹੀਦੇ ਹੈ, ਉਹਦਾ ਤੁਹਾਨੂੰ ਫਾਇਦਾ ਨੁਕਸਾਨ ਕੀ ਹੋ ਸਕਦਾ ਤੇ ਅਕਾਲੀ ਦਲ ਦੇ ਅਨੁਸਾਰ ਜੇਕਰ ਨਹੀਂ ਰੱਦ ਹੁੰਦੇ ਤਾਂ ਫੇਰ ਫਾਇਦਾ ਨੁਕਸਾਨ ਕਿਸ ਤਰ੍ਹਾਂ ਦਾ। ਸਰ ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੀ। ਸਰ ਲੋਕਾਂ ਨੂੰ ਸਮਝਾਈਏ ਬੜੇ ਸੌਖੇ ਸ਼ਬਦਾਂ ਦੇ ਵਿੱਚ ਵੀ ਜੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਹੋ ਜਾਂਦੇ ਆ ਜਾਂ ਨਹੀਂ ਹੁੰਦੇ, ਦੋਵਾਂ ਦੇ ਨਫਾ ਤੇ ਨੁਕਸਾਨ ਕੀ ਆ ਲੋਕਾਂ ਨੂੰ, ਕੀ ਕੋਈ ਬੈਨੀਫਿਟ ਹੋਊਗਾ ਵੀ ਇਹਨਾਂ ਦਾ? ਦੇਖੋ, ਇੱਕ ਤਾਂ ਸਮਝੌਤੇ ਜਿਹੜੇ ਹੈ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਆ ਉਹ ਸਮਝੌਤੇ ਦੀ ਜਿਹੜੀਆਂ ਸ਼ਰਤਾਂ ਨੇ ਉਸ ਹਿਸਾਬ ਨਾਲ PSPCL ਕੋਲ ਕੋਈ ਹੱਕ ਨਹੀਂ ਹੈ ਕਿ ਉਹ ਇੱਕ ਤਰਫਾ ਸਮਝੌਤੇ ਰੱਦ ਕਰ ਦੇ। ਇਹ ਤਾਂ ਹੋ ਗਈ ਜੇ ਇਹੋ ਜਿਹਾ ਕੁਛ ਕੀਤਾ ਤੇ ਉਹਦੇ ਲੀਗਲ ਜਿਹੜੇ ਹੈ ਉਹ ਖਮਿਆਜ਼ੇ ਭੁਗਤਣੇ ਪੈਣਗੇ ਜੋ ਕਿ ਬਹੁਤ ਸੀਰੀਅਸ ਹੋ ਸਕਦੇ ਆ। ਇਹ ਤਾਂ ਹੋ ਗਈ PSPCL ਨੂੰ ਭੁਗਤਣੇ ਪੈਣਗੇ ਬਿਲਕੁਲ। ਉਹ PSPCL ਪੰਜਾਬ ਸਰਕਾਰ ਦੀ ਕੰਪਨੀ ਹੈ ਨਾ ਜੀ, PSPCL ਤਾਂ ਪੰਜਾਬ ਸਰਕਾਰ ਹੀ ਹੋ ਗਈ ਹੈ ਨਾ। ਤੇ ਨੰਬਰ 1। ਦੂਜਾ ਕਿ ਚਲੋ ਆਪਾਂ ਇਹ ਲੈ ਲਈਏ ਵੀ ਆਪਾਂ ਸਮਝੌਤੇ ਰੱਦ ਕਰਦੇ ਭਾਵੇਂ ਧੱਕਾ ਕਰਕੇ ਜਾਂ ਕੁਛ ਕਰਕੇ। ਆਪਾਂ ਕਿਉਂ ਇਹਦੇ ਬਾਰੇ ਸਮਝੌਤੇ ਮਤਲਬ ਚਰਚਾ ਦਾ ਵਿਸ਼ੇ ਕਿਉਂ ਬਣੇ? ਇਸ ਲਈ ਬਣੇ ਕਿ ਜੀ ਬਿਜਲੀ ਮਹਿੰਗੀ ਹੋ ਗਈ ਇਹਨਾਂ ਦੇ ਕਾਰਨ ਹੋਈ ਹੈ। ਜੇ ਸਮਝੌਤੇ ਰੱਦ ਕਰਤੇ ਤਾਂ ਬਿਜਲੀ ਸਸਤੀ ਹੋ ਜਾਏਗੀ, ਇੱਕ ਚੀਜ਼। ਦੂਜਾ ਪਾਵਰ ਜਿਹੜੀ ਹੈ ਪਾਵਰ ਕੱਟ ਜਿਹੜੇ ਹੈ ਸਾਨੂੰ ਉਹ ਨਹੀਂ ਝੱਲਣੇ ਪੈਣਗੇ, ਸਾਨੂੰ ਬਿਜਲੀ ਜਿਹੜੀ ਹੈ ਪੂਰੀ ਮਿਲੇਗੀ। ਅਸੀਂ 4-5 ਸਾਲ ਤੋਂ ਇਹ ਕਹਿ ਰਹੇ ਹਾਂ ਕਿ ਇਹਦਾ ਹੋਰ ਕੁਝ ਕਾਰਨ ਹੈ, ਸਮਝੌਤੇ ਨਹੀਂ ਹੈ ਕਿਉਂ ਬਿਜਲੀ ਮਹਿੰਗੀ ਹੈ। ਠੀਕ ਹੈ, ਹੁਣ ਜੋ ਅਸੀਂ ਗੱਲ ਕਹਿ ਰਹੇ ਸੀ ਸਾਡੇ ਫੋਰਮ ਜਾਂ ਅਸੀਂ ਗੱਲ ਕਰ ਰਹੇ ਸੀਗੇ ਉਹ ਚੀਜ਼ਾਂ ਹੁਣ ਨਾ ਸਾਹਮਣੇ ਆ ਗਈਆਂ। ਇਸ ਗਰਮੀਆਂ 'ਚ ਜਦੋਂ 1 ਯੂਨਿਟ ਤਲਵੰਡੀ ਸਾਹਿਬ ਦੀ ਬੰਦ ਹੋਈ
ਤਾਂ ਕਿੰਨੇ ਬਿਜਲੀ ਜਿਹੜੇ ਆ ਸੰਕਟ ਪੈਦਾ ਹੋਇਆ, ਸਾਨੂੰ ਇੰਡਸਟਰੀ ਬੰਦ ਕਰਨੀ ਪਈ, ਪਾਵਰ ਕੱਟ ਲਾਣੇ ਪਏ। ਹੁਣ ਅਕਤੂਬਰ ਮਹੀਨੇ 'ਚ ਕੋਲ ਸ਼ਾਰਟੇਜ ਦੇ ਕਾਰਨ ਬਿਜਲੀ ਦੀ ਘਾਟ ਹੋਈ ਤਾਂ ਫਿਰ ਪਾਵਰ ਕੱਟ ਲਾਣੇ ਪਏ। ਤੇ ਮੈਨੂੰ ਇਹ ਦੱਸੋ ਕਿ ਇੱਕ ਯੂਨਿਟ ਹੀ 600-700 ਮੈਗਾਵਾਟ ਬੰਦ ਹੋਈ ਤੇ ਕੀ ਉਹਦੇ ਨਾਲ ਅਸੀਂ ਬਿਜਲੀ ਪੂਰੀ ਕਰ ਲਈ? ਨਹੀਂ ਕੀਤੀ ਜੀ। ਤੇ ਜੇ 2000 ਜਾਂ 2500 ਮੈਗਾਵਾਟ ਅਸੀਂ ਬੰਦ ਕਰ ਦਈਏ ਸਮਝੌਤੇ ਰੱਦ ਕਰਕੇ, ਤੇ ਬਿਜਲੀ ਕਿੱਥੋਂ ਆਏਗੀ? ਇਹ ਮੁੱਦਾ ਨੰਬਰ 1 ਹੈ। ਪੰਜਾਬ ਹਨੇਰੇ ਚਲਾ ਜਾਊਗਾ ਇਸ ਹਿਸਾਬ ਦੇ ਨਾਲ। ਬਿਲਕੁਲ ਚਲਾ ਜਾਏਗਾ ਜੀ। ਇੱਕ ਚੀਜ਼। ਸੈਕੰਡ ਚੀਜ਼ ਹੈ ਕਿ ਜਦੋਂ ਬਿਜਲੀ ਪ੍ਰਾਈਵੇਟ ਪਲਾਂਟਾਂ ਤੋਂ ਘਟ ਗਈ, ਤਲਵੰਡੀ ਸਾਬੋ ਦੀ ਗਰਮੀਆਂ 'ਚ ਬਿਜਲੀ ਘਟੀ ਸੀ ਤੇ PSPCL ਨੂੰ ਕਿਸ ਰੇਟਾਂ ਤੇ ਬਿਜਲੀ ਖਰੀਦਣੀ ਪਈ ਦੱਸੋ ਜੀ? 16-17 ਰੁਪਏ ਤੱਕ ਰੇਟ ਤੇ ਖਰੀਦਣੀ ਪਈ। ਹੁਣ ਵੀ PSPCL 15 ਰੁਪਏ, 16 ਰੁਪਏ, 17 ਰੁਪਏ ਰੇਟ ਤੋਂ ਬਿਜਲੀ ਖਰੀਦ ਰਿਹਾ। ਤੇ ਬਿਜਲੀ ਜਿਹੜੀ ਹੈ, ਜੇ ਅਸੀਂ ਘਟ ਗਈ ਪ੍ਰਾਈਵੇਟ ਪਲਾਂਟਾਂ ਦੀ ਪੈਦਾਵਾਰ ਜਦੋਂ ਘਟੀ, ਤੇ ਬਿਜਲੀ ਮਹਿੰਗੀ ਨਹੀਂ ਖਰੀਦਣੀ ਪਈ ਸਾਨੂੰ ਗ੍ਰਿਡ ਤੋਂ। ਤੇ ਜੇ ਹੋਰ ਜ਼ਿਆਦਾ ਘਟੇਗੀ ਉਹਦੀ ਪੈਦਾਵਾਰ, ਜੇ ਕੈਂਸਲ ਕਰਕੇ, ਤੇ ਹੋਰ ਜ਼ਿਆਦਾ ਬਿਜਲੀ ਮਹਿੰਗੀ ਖਰੀਦਣੀ ਪਏਗੀ। ਤੇ ਫਿਰ ਜਿਹੜਾ ਅਸੀਂ ਮੇਨ ਗੱਲ ਕਰ ਰਹੇ ਹਾਂ ਕਿ ਇਹ ਰੱਦ ਕਰਕੇ ਬਿਜਲੀ ਸਸਤੀ ਹੋਏਗੀ ਤੇ ਜਾਂ ਬਿਜਲੀ ਪੂਰੀ ਹੋਏਗੀ, ਇਹ ਤਾਂ ਉਹਦੇ ਉਲਟ ਹੋ ਰਿਹਾ, ਉਹਦੇ ਵਿਪਰੀਤ ਹੋ ਰਿਹਾ। ਸੋ ਜਿਹੜੀ ਇਹ ਥਿਊਰੀ ਹੈ ਜਾਂ ਜਿਹੜੀ ਉਹ ਚੀਜ਼ ਆਪਾਂ ਮੀਡੀਆ 'ਚ ਜਾਂ ਪਹਿਲੇ ਆ ਰਹੀ ਸੀ, ਉਹ ਗਲਤ ਸਾਬਿਤ ਹੋਈ ਹੈ। ਉਹੀ ਗੱਲ ਇਹ ਫੋਰਮ ਕਹਿਣਾ ਚਾਹੁੰਦਾ ਹੈ ਕਿ ਇਹ ਨਹੀਂ ਅਸਲੀ ਕਾਰਨ। ਅਸਲੀ ਕਾਰਨ ਮਹਿੰਗੀ ਬਿਜਲੀ ਦੇ, ਪਾਵਰ ਕੱਟ ਦੇ ਹੋਰ ਕੁਝ ਨੇ। ਉਹ ਨੀਤੀਆਂ ਜਿਹੜੀਆਂ ਪਹਿਲੇ ਗਲਤ ਹੋਈਆਂ ਸੀਗੀਆਂ, ਉਹ ਨੀਤੀਆਂ 'ਚ ਸੁਧਾਰ ਕਰੀਏ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਪੂਰੀ ਬਿਜਲੀ ਤੇ ਸਸਤੀ ਬਿਜਲੀ ਮਿਲੇਗੀ। ਸਰ ਕਿਹੜੀਆਂ ਨੀਤੀਆਂ ਨੇ? ਕਿਉਂਕਿ ਲੋਕਾਂ ਨੂੰ ਮੈਂ ਸ਼ੁਰੂ 'ਚ ਹੀ ਕਿਹਾ ਕਿ ਬੜੇ ਸੌਖੇ ਲਫ਼ਜ਼ ਔਰ ਸਿੱਧੀ ਗੱਲ ਸਮਝ ਆਉਂਦੀ ਹੈ ਕਿ ਸਾਨੂੰ ਤਾਂ ਜੀ ਬਿਜਲੀ ਸਸਤੀ ਚਾਹੀਦੀ ਹੈ। ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਨਾ ਦਿਓ ਮੁਫਤ, ਸਾਨੂੰ ਨਹੀਂ ਮੁਫਤ ਚਾਹੀਦੀ। ਘੱਟੋ ਘੱਟ ਸਾਨੂੰ 3 ਰੁਪਏ 4 ਰੁਪਏ, ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਕਿਹਾ ਸੀ ਕਿ ਅਸੀਂ 3 ਰੁਪਏ 4 ਰੁਪਏ ਦੇ ਸਕਦੇ ਹਾਂ। ਇਹ PPA ਰੱਦ ਕਰਕੇ, ਜਿਵੇਂ ਤੁਸੀਂ ਕਿਹਾ ਕਿ ਰੱਦ ਕਰਕੇ ਤਾਂ ਪੰਜਾਬ ਜਿਹੜਾ ਉਹ ਹਨੇਰੇ ਚਲਾ ਜਾਏਗਾ। ਫਿਰ ਇਹਦਾ ਅੱਗੇ ਜਾ ਕੇ ਹੱਲ ਕੀ ਨਿਕਲਦਾ ਹੈ? ਲੋਕ ਤਾਂ ਹੱਲ ਭਾਲਦੇ ਨੇ। ਦੇਖੋ, ਜਿਹੜੇ ਤੁਸੀਂ ਕਿਹਾ ਵੀ ਸੌਖੇ ਸ਼ਬਦਾਂ 'ਚ ਕਹਾਂ, ਮੈਂ ਸਿੱਧੇ ਤੇ ਸਪਸ਼ਟ ਗੱਲ 'ਚ ਕਹਾਂ ਕਿ ਇਹ ਉਸ ਸਮੇਂ ਦੀ ਸੂਬਾ ਸਰਕਾਰ ਨੇ ਜੋ ਇਹ ਫੈਸਲਾ ਲਿਆ ਕਿ ਤਿੰਨੋਂ ਪਲਾਂਟ ਪ੍ਰਾਈਵੇਟ ਸੈਕਟਰ 'ਚ ਲਾਤੇ, ਉਹ ਗਲਤ ਫੈਸਲਾ ਸੀ। 3 ਪਲਾਂਟ ਲਾਉਣ ਦਾ ਫੈਸਲਾ ਠੀਕ ਸੀ, ਤਿੰਨੋਂ ਪਲਾਂਟ ਨਿੱਜੀ ਖੇਤਰ 'ਚ ਲਾਏ, ਉਹ ਫੈਸਲਾ ਗਲਤ ਸੀਗਾ। ਉਹ ਜਿਹੜਾ ਫੈਸਲਾ ਹੈ, ਉਹ ਨੀਤੀ 'ਚ ਸੁਧਾਰ ਲਿਆਓ, ਉਹ ਨੀਤੀ 'ਚ ਬਦਲਾਅ ਲਿਆਓ। ਤੇ ਉਹਦਾ ਮੌਕਾ ਇਸ ਲਈ ਹੈ ਕਿ ਉਹ 2 ਪਲਾਂਟ ਜਿਹੜੇ ਹੈ ਕੰਪਨੀਆਂ ਵੇਚਣੀਆਂ ਚਾਹੁੰਦੀਆਂ ਨੇ, ਉਹ ਆਪਣੀ ਨਿਰਧਾਰਤ, ਸਾਡੀ PSPCL ਨਿਰਧਾਰਤ ਕਰੇ ਉਹਦੀ ਕੀਮਤ, ਨਾ ਕਿ ਕੰਪਨੀਆਂ ਕਰਨ। ਉਹ 'ਤੇ ਉਹ ਖਰੀਦ ਲਈਏ, ਆਪਣਾ ਕੋਲਾ ਵਰਤਿਆ ਜਾਏਗਾ, ਆਪਣੀ ਮੈਨ ਪਾਵਰ ਵਰਤੀ ਜਾਏਗੀ ਤੇ ਲੋਕਾਂ ਨੂੰ ਬਿਜਲੀ ਦੀ ਜਿਹੜੀ ਕਮੀ ਹੈ ਉਹ ਪੂਰੀ ਹੋ ਜਾਏਗੀ। ਮੈਂ ਇਹਨੂੰ ਹੋਰ ਤਰ੍ਹਾਂ ਨੂੰ ਐਕਸਪਲੇਨ ਕਰਦਾ ਕਿ ਪੰਜਾਬ ਵਿੱਚ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣੀ, ਉਹ ਜ਼ਿੰਮੇਵਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਹੈ, ਕਿਉਂਕਿ ਇਹ ਡਿਸਟ੍ਰੀਬਿਊਸ਼ਨ ਲਾਇਸੈਂਸੀ ਹੈ ਤੇ ਆਪਣੀ ਬਿਜਲੀ ਹੈ ਨਹੀਂ ਇਹਦੇ ਕੋਲ। ਬਿਜਲੀ ਪ੍ਰਾਈਵੇਟ ਕੰਪਨੀਆਂ ਦੇ ਵੱਲ ਦੇਖਦਾ ਰਹਿੰਦਾ ਹੈ ਕਿ ਉਹ ਬਿਜਲੀ ਦੇਣਗੇ ਤਾਂ ਮੈਂ ਲੋਕਾਂ ਨੂੰ ਲਵਾਂਗਾ। ਤੇ ਕਿਸੇ ਵੀ ਸਟੇਟ 'ਚ, ਸਟੇਟ ਸੈਕਟਰ ਦਾ ਇਹੋ ਜਿਹਾ ਮੰਦਾ ਹਾਲ ਨਹੀਂ ਹੈ। ਸਟੇਟ ਸੈਕਟਰ 'ਚ ਬਿਜਲੀ ਉਤਪਾਦਨ 'ਚ ਸਿਸਟਮ 'ਚੋਂ ਬਾਹਰ ਹੋ ਗਏ, ਉਹ ਆਪਾਂ ਸਟੇਟ ਸੈਕਟਰ ਨੂੰ ਮੁੜ ਸੁਰਜੀਤ ਕਰੀਏ। ਉਹਦੇ ਨਾਲ ਹੀ ਸਾਡੀ ਸਮਰੱਥਾ ਜਦੋਂ ਸਰਕਾਰੀ ਢਾਂਚੇ ਦੀ ਵਧੇਗੀ ਤਾਂ ਹੀ ਲੋਕਾਂ ਨੂੰ ਪਾਏਦਾਰ ਤੇ ਸਸਤੀ ਬਿਜਲੀ ਮਿਲੇਗੀ। ਜੇ ਅਸੀਂ ਉਸ ਨੀਤੀ ਦਾ ਨਹੀਂ ਸੁਧਾਰ ਕੀਤਾ, ਉਸ 'ਚ ਨਹੀਂ ਬਦਲਾਵ ਕੀਤਾ, ਤੇ ਨਾ ਤਾਂ ਬਿਜਲੀ ਸਸਤੀ ਹੋਣੀ ਹੈ, ਨਾ ਵਧੀਆ ਪੂਰੀ ਬਿਜਲੀ ਮਿਲਣੀ ਹੈ। ਆਉਣ ਵਾਲੇ ਸਮੇਂ 'ਚ ਪਾਵਰ ਕੱਟ ਵਧਣਗੇ ਤੇ ਬਿਜਲੀ ਮਹਿੰਗੀ ਹੋਏਗੀ। ਇਹ ਅਸੀਂ ਤੁਹਾਡੇ ਥਰੂ ਸਰਕਾਰ ਨੂੰ ਫੋਰਮ ਵੱਲੋਂ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਤੇ ਫੋਰਮ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਡਿਟੇਲ ਲੈਟਰ ਵੀ ਇਹਦੇ ਬਾਰੇ ਲਿਖੀ ਹੈ, ਮੀਟਿੰਗ ਵੀ ਮੰਗੀ ਹੈ ਅਸੀਂ ਕਿ ਇਹ ਜਦ ਤੱਕ ਸਟੇਟ ਸੈਕਟਰ 'ਚ ਪਲਾਂਟ ਨਹੀਂ ਲਏ, ਪੰਜਾਬ ਦੇ ਲੋਕਾਂ ਦਾ ਕਲਿਆਣ ਨਹੀਂ ਹੋਣਾ ਜੀ। ਇਹ ਅਸੀਂ ਸਿੱਧੀ ਗੱਲ ਤੇ ਸਪਸ਼ਟ ਗੱਲ ਕਹਿ ਰਹੇ ਹਾਂ ਜੀ। ਠੀਕ ਹੈ ਜੀ, ਤੁਹਾਡਾ ਧੰਨਵਾਦ ਸਰਦਾਰ ਜੀ। ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੇ ਕਿਹਾ ਕਿ ਪਾਵਰ ਪਰਚੇਜ਼ ਐਗਰੀਮੈਂਟ ਗਲਤ ਨਹੀਂ ਹੋਏ, ਉਹਨਾਂ ਨੂੰ ਪ੍ਰਾਈਵੇਟ ਸੈਕਟਰ 'ਚ ਦੇ ਦੇਣਾ ਗਲਤ ਸੀ। ਇੱਕ ਇਹਦੇ ਵਿੱਚ ਸਵਾਲ ਹੋਰ ਵੱਡਾ ਉੱਠਦਾ ਸੀ ਕਿ ਸਾਡੀ ਖਪਤ 4-5 ਮਹੀਨਿਆਂ ਦੇ ਵਿੱਚ ਜ਼ਿਆਦਾ ਹੈ, ਉਦੋਂ ਅਸੀਂ ਪੀਕ ਤੇ ਹੁੰਦੇ ਹਾਂ ਜਦੋਂ ਗਰਮੀ ਦਾ ਸੀਜ਼ਨ ਹੈ। ਬਾਕੀ ਮਹੀਨਿਆਂ ਦੇ ਵਿੱਚ ਸਾਡੇ ਕੋਲ ਉਨੀ ਖਪਤ ਨਹੀਂ ਹੁੰਦੀ ਪੰਜਾਬ ਦੇ ਵਿੱਚ, ਪਰ ਜਦੋਂ ਵੱਧ ਖਪਤ ਹੈ ਉਦੋਂ ਸਾਨੂੰ ਕੱਟ ਝੱਲਣੇ ਪੈਂਦੇ ਆ। ਪ੍ਰਾਈਵੇਟ ਸੈਕਟਰ ਵਾਲੇ ਵੀ ਕਹਿੰਦੇ ਕਿ ਸਾਡੇ ਤੋਂ ਪੂਰੀ ਨਹੀਂ ਹੋ ਰਹੀ।
ਜਦੋਂ ਸਾਡੇ ਕੋਲੇ ਘੱਟ ਖਪਤ ਹੈ ਅਸੀਂ ਪੈਸਾ ਫਿਰ ਵੀ ਉਨਾ ਹੀ ਪੇ ਕਰ ਰਹੇ ਹਾਂ ਉਹਨਾਂ ਨੂੰ। ਇਹ ਵੀ ਇੱਕ ਤੁਹਾਨੂੰ ਲੱਗਦਾ ਹੈ ਕਿ ਗਲਤ ਹੈ, ਇਹ ਵੀ ਨਹੀਂ ਹੋਣਾ ਚਾਹੀਦਾ? ਨਹੀਂ ਦੇਖੋ, ਸਾਡੇ ਜਿਹੜੇ ਐਜ਼ ਪਰ ਰੂਲ ਸਾਨੂੰ ਇਹ ਤਕਰੀਬਨ 80 ਤੋਂ 85% ਸਾਨੂੰ ਆਪਣੀ ਸ਼ੋਰਟੀ ਬਣਾਉਣੀ ਪੈਣੀ ਹੈ ਜੇ ਅਸੀਂ ਕੰਜ਼ਿਊਮਰ ਨੂੰ ਦੇਣੀ ਹੈ ਆਪਣੀ ਸਪਲਾਈ। ਲੌਂਗ ਟਰਮ ਪੀਪੀਏ ਕਰਨੇ ਪੈਣੇ ਹੈ। ਜੇ ਲੌਂਗ ਟਰਮ ਪੀਪੀਏ ਤਾਂ ਹੀ ਕਰਨੇ ਪੈਣੇ, ਜੇ ਕਰਾਂਗੇ ਤਾਂ ਸਾਨੂੰ ਫਿਕਸ ਚਾਰਜ ਤਾਂ ਦੇਣੀ ਪੈਣੀ ਹੈ। ਇਹ ਕੋਈ ਇਹਨਾਂ ਨਾਲ ਕਰਕੇ ਕੋਈ ਗਲਤ ਕੰਮ ਨਹੀਂ ਕੀਤਾ। ਇਹ ਅਸੀਂ ਐਨਟੀਪੀਸੀ ਨੂੰ ਵੀ ਦਿੰਦੇ ਆ, ਆਪਣੇ ਪਲਾਂਟਾਂ ਤੇ ਵੀ ਖਰਚ ਜਿੰਨੀ ਇਨਵੈਸਟਮੈਂਟ ਕੀਤੀ ਆ ਉਹਨੂੰ ਰਿਕਵਰ ਕਰਦੇ ਆ, ਜਿੰਨੇ EMPLOYE ਕਾਸਟ ਆ ਉਹਨੂੰ ਵੀ ਰਿਕਵਰ ਕਰਦੇ ਆ। ਉਹ ਕੰਜ਼ਿਊਮਰ ਤੋਂ ਹੀ ਕਰਨੀ ਹੈ। ਇਹ ਜਿਹੜਾ ਮੀਡੀਆ 'ਚ ਆ ਰਿਹਾ ਵੀ ਇਹਨਾਂ ਨੂੰ ਫਿਕਸ ਚਾਰਜ ਦਿੰਦੇ ਆ ਜਿੱਦਣ ਸਾਨੂੰ ਸਰੈਂਡਰ ਪਾਵਰ ਦੇ ਮੀਨਜ਼ 4-5 ਮਹੀਨਿਆਂ ਤੋਂ ਬਾਅਦ ਜਦੋਂ ਸਾਨੂੰ ਪਾਵਰ ਨਹੀਂ ਚਾਹੀਦੀ, ਉਹ ਤਾਂ ਅਸੀਂ ਐਨਟੀਪੀਸੀ ਨੂੰ ਵੀ ਦਿੰਦੇ ਆ। ਉਹ ਤਾਂ ਕੋਈ ਇਹ ਤਾਂ ਪਾਲਿਸੀ ਹੈ। ਜਾਣੀ ਇਹ ਠੀਕ ਹੈ, ਇਹ ਠੀਕ ਹੈ, ਕੋਈ ਇਹ ਠੀਕ ਹੈ, ਕੁਝ ਗਲਤ ਨਹੀਂ ਹੈਗਾ, ਕੁਝ ਗਲਤ ਨਹੀਂ ਹੈਗਾ। ਫਿਰ ਜਿਹੜੀਆਂ ਆਪੋਜੀਸ਼ਨਸ ਨੇ, ਅਕਾਲੀ ਦਲ ਦੀਆਂ ਆਪੋਜੀਸ਼ਨ ਨੇ, ਉਹ ਕਹਿੰਦੇ ਬਿਲਕੁਲ ਗਲਤ ਹੈ। ਜਦੋਂ ਸਾਡੀ ਖਪਤ ਵੱਧ ਹੈ ਉਦੋਂ ਤੁਸੀਂ ਪੇ ਕਰਦੇ ਰਹੋ, ਜਦੋਂ ਖਪਤ ਘੱਟ ਹੈ ਉਹ ਫਿਕਸ ਚਾਰਜ ਤਾਂ ਹੋਣਾ ਹੀ ਨਹੀਂ ਚਾਹੀਦਾ। ਸਿੱਧਾ ਸਿੱਧਾ ਖਜ਼ਾਨੇ ਤੇ ਬੋਝ ਹੈ। ਉਹਦੇ ਖਜ਼ਾਨੇ ਤੇ ਕੋਈ ਬੋਝ ਨਹੀਂ। ਮੰਨ ਲਓ ਤੁਸੀਂ ਇਹ ਪਲਾਂਟ ਮੈਂ ਲਾਉਣਾ ਹੈ, ਉਹਦੇ 1 ਲੱਖ ਯੂਨਿਟ ਪ੍ਰੋਡਿਊਸ ਕਰਨਾ ਹੈ। ਤੁਸੀਂ ਕਹਿੰਦਾ ਵੀ ਮੈਂ ਤਾਂ 1 ਲੱਖ ਯੂਨਿਟ ਮੈਂ ਤੇਰੇ ਲੈ ਲੂੰਗਾ। ਮੈਂ ਜਿਹੜੀ ਆਪਣੀ ਇਨਵੈਸਟਮੈਂਟ ਕੀਤੀ ਮੈਂ ਉਹ 1 ਲੱਖ ਯੂਨਿਟ ਦੇ ਹਿਸਾਬ ਨਾਲ ਤੁਹਾਨੂੰ ਦੱਸਦਾ ਵੀ ਮੈਂ ਇੰਨੇ ਪੈਸੇ ਲਵਾਂਗਾ ਹਰ ਯੂਨਿਟ ਦੇ, ਠੀਕ ਹੈ ਨਾ। ਜੇ ਤੁਸੀਂ ਕਹੋਗੇ ਵੀ ਮੇਰੀ 60% ਮੈਂ ਤਾਂ ਖਰੀਦੂੰ, ਫਿਰ ਮੈਨੂੰ 60 ਦੇ ਹਿਸਾਬ ਨਾਲ ਇਨਵੈਸਟਮੈਂਟ ਮੇਰੀ ਤਾਂ ਉਹ ਇਕੁਅਲ ਹੈ ਨਾ, ਇੱਕੋ ਹੈ। ਇਨਵੈਸਟਮੈਂਟ ਤਾਂ ਮੇਰੀ 10,000 ਕਰੋੜ ਹੀ ਹੈ ਮੰਨ ਲਓ, ਤਾਂ ਉਹ ਲੱਖ ਯੂਨਿਟ ਪ੍ਰੋਡਿਊਸ ਕਰੂੰਗਾ ਤਾਂ ਵੀ 10,000 ਹੈ, ਜੇ 60,000 ਕਰੂੰਗਾ ਤਾਂ ਵੀ 10,000 ਹੈ। ਫਿਰ ਫਿਕਸ ਚਾਰਜ ਵੱਧ ਜਾਣੇ ਸੀਗੇ। ਬਿਜ਼ਨਸਮੈਨ ਨੇ ਬਿਜ਼ਨਸਮੈਨ ਦੇ ਹਿਸਾਬ ਦੇ ਨਾਲ ਉਹਨਾਂ ਉਹ ਸੋਚਣਗੇ, ਉਹ ਤਾਂ ਸੋਚ ਡੈਫੀਨਿਟਲੀ, ਕਿਉਂਕਿ ਮੇਰੀ ਕੰਡੀਸ਼ਨ ਸੀ ਮੈਂ 100% ਪਰਚੇਜ ਕਰੂੰਗਾ। ਉਹ ਤਾਂ ਹੀ ਉਹਨੇ ਰੇਟ ਉਹ ਘੱਟ ਦਿੱਤੇ, ਫਿਰ ਰੇਟ ਵੱਧ ਜਾਣੇ ਸੀ ਤੁਹਾਡੇ। ਇਹ ਜਿਹੜਾ ਗਲਤ ਪ੍ਰੋਪੇਗੈਂਡਾ ਕੀਤਾ ਜਾ ਰਿਹਾ। ਠੀਕ ਹੈ। GD ਸ਼ਰਮਾ ਜੀ ਸਾਡੇ ਨਾਲ ਆ। ਸ਼ਰਮਾ ਜੀ, ਜੇ ਪ੍ਰਾਈਵੇਟ ਸੈਕਟਰ ਚੋਂ ਇਹ ਦੋਵੇਂ ਦੇ ਦੋਵੇਂ ਥਰਮਲ ਜਿਹੜੇ ਕਿ ਪਹਿਲਾਂ ਵੀ ਪ੍ਰਪੋਜ਼ ਵੀ ਕਰ ਚੁੱਕੇ ਨੇ ਕੁਝ ਥਰਮਲ ਵਾਲੇ ਕਿ ਤੁਸੀਂ ਖਰੀਦ ਲਓ, ਫਿਰ ਸਰਕਾਰ ਕੀ ਖਰੀਦ ਸਕਦੀ ਹੈ? ਜਾਂ ਫਿਰ ਜੇ ਸਰਕਾਰ ਖਰੀਦਦੀ ਹੈ ਫਿਰ ਬਿਜਲੀ ਸਪਲਾਈ ਜਿਹੜੀ ਉਹ ਨਿਰਵਿਘਨ ਮਿਲ ਸਕਦੀ ਹੈ? ਔਰ ਦੂਜੀ ਗੱਲ, ਕੀ ਸਸਤੀ ਮਿਲ ਸਕਦੀ ਹੈ? ਕਿ PSPCL ਇੰਨਾ ਕੁ ਸਮਰੱਥ ਹੈਗਾ ਕਿ ਉਹਨਾਂ ਦਾ ਭਾਰ ਝੱਲ ਸਕਦਾ? ਨੰਬਰ 1 ਤਾਂ ਸਰ ਸਰਕਾਰ ਬਿਲਕੁਲ ਖਰੀਦ ਸਕਦੀ ਹੈ। ਸਭ ਤੋਂ ਪਹਿਲਾਂ ਸਰਕਾਰ ਨੂੰ ਆਪਣੀ ਬਿੱਲ ਪਾਵਰ ਬਣਾਉਣੀ ਪਏਗੀ ਕਿ ਅਸੀਂ ਇਹ ਪਲਾਂਟ ਖਰੀਦਣੇ ਹੈ। ਨੰਬਰ 2 ਸਰ, ਇਹ ਬਿਜਲੀ ਹੈ ਜਿਹੜੀ ਜਦੋਂ ਅਸੀਂ ਇਹ ਪਾਵਰ ਪਲਾਂਟ ਖਰੀਦ ਲਾਂਗੇ ਇਹ ਬਿਜਲੀ ਬਿਲਕੁਲ ਸਸਤੀ ਹੋਏਗੀ। ਉਹਦੇ ਕਾਰਨ ਇਹ ਨੇ, ਨੰਬਰ 1 ਤਾਂ ਸਾਡੀ ਆਪਣੀ ਜਿਹੜੀ ਪਿਛਵਾੜਾ ਕੋਲ ਮਾਈਨ ਹੈ ਉਹਦਾ ਕੋਲਾ ਬਹੁਤ ਹਾਈ ਕੁਆਲਿਟੀ ਦਾ। ਜਦੋਂ ਅਸੀਂ ਉਹ ਕੋਲਾ ਲਿਆ ਕੇ ਇੱਥੇ ਇਹਦੇ ਨਾਲ ਬਿਜਲੀ ਬਣਾਵਾਂਗੇ ਸਾਨੂੰ ਬਿਜਲੀ ਡੈਫੀਨੇਟਲੀ ਸਸਤੀ ਪਏਗੀ। ਨੰਬਰ 1 600-700 ਕਰੋੜ ਰੁਪਏ ਦਾ ਫਰਕ ਪਏਗਾ ਪਰ ਇਹਨੂੰ। ਨੰਬਰ 2 ਜਿਹੜੇ ਸਾਡੇ ਆਪਣੇ EMPLOYE ਨੇ ਜਿਨ੍ਹਾਂ ਨੂੰ ਅਸੀਂ ਵਿਹਲੇ ਬੈਠਣ ਨੂੰ ਤਨਖਾਹ ਦੇ ਰਹੇ ਹਾਂ, ਅਸੀਂ ਆਪਣੇ EMPLOYE ਯੂਟਿਲਾਈਜ਼ ਕਰਾਂਗੇ। ਸੋ ਨੰਬਰ 3 ਜਿਹੜੇ ਅਸੀਂ ਇਹਨਾਂ ਨੂੰ ਫਿਕਸ ਚਾਰजेस ਦੇ ਰਹੇ ਹਾਂ 700-800 ਕਰੋੜ ਰੁਪਇਆ, ਲਗਭਗ 1000 ਕਰੋੜ ਰੁਪਇਆ ਸਾਡਾ ਉਹ ਬਚੂਗਾ ਯਾਰ। ਮਤਲਬ ਕਿ 2-2.5 ਕਰੋੜ ਰੁਪਇਆ ਸਾਡਾ ਜਿਹੜਾ ਹੈਗਾ ਜਦੋਂ ਅਸੀਂ ਪਲਾਂਟ ਖਰੀਦ ਲਾਂਗੇ ਸਾਡਾ ਵੈਸੇ ਹੀ ਬਚ ਜਾਣ, ਪਰ ਇਹਨੂੰ ਤਾਂ ਡੈਫੀਨਿਟਲੀ ਬਿਜਲੀ ਸਸਤੀ ਹੋਏਗੀ। ਜਾਣੀ ਸਿੱਧੇ ਤੌਰ ਤੇ PPA ਰੱਦ ਕਰਨ ਦੀ ਗੱਲ ਨਾ ਹੋਵੇ, ਉਹਨਾਂ ਨੂੰ ਖਰੀਦਣ ਦੀ ਗੱਲ ਹੋਵੇ, ਇਹ ਇੱਕ ਹੱਲ ਹੈ। ਸਰ ਜਦੋਂ PPA ਕੀ ਹੁੰਦਾ ਹੈ, ਤੁਹਾਡੇ ਤੇ ਮੇਰੇ ਵਿਚਕਾਰ ਇੱਕ ਸਮਝੌਤਾ ਹੈਗਾ, ਠੀਕ ਹੈ। ਜਦੋਂ ਤੁਸੀਂ ਮੈਂ ਤੁਹਾਡੀ ਕਾਰ ਵਰਤ ਰਿਹਾ, ਤੁਹਾਡੀ ਕਾਰ ਤੇ ਮੈਂ ਵਰਤ ਰਿਹਾ, ਉਹਦਾ ਵਿੱਚ ਸਮਝੌਤਾ ਯਾਰ ਆਹ ਟਰਮਾਂ ਨੇ ਤੂੰ ਮੇਰੀ ਕਾਰ ਵਰਤ ਲੈ। ਜਦੋਂ ਤੁਹਾਡੀ ਕਾਰ ਮੈਂ ਖਰੀਦ ਲਈ ਉਹ ਤਾਂ ਹੁਣ ਮੇਰੀ ਹੋ ਗਈ, ਫਿਰ ਸਮਝੌਤਾ ਤਾਂ ਆਪਣੇ ਆਪ ਖਤਮ ਹੋ ਗਿਆ। ਜਦੋਂ ਅਸੀਂ ਪਲਾਂਟ ਖਰੀਦ ਲਏ, ਮੈਂ ਸਿਰਫ ਜਿਹੜੇ ਪੋਲੀਟੀਕਲ ਸਿਆਸਤਦਾਨ ਨੇ ਉਹਨਾਂ ਦੀ ਸ਼ਬਦਾਵਲੀ ਦੀ ਗੱਲ ਕਰ ਰਿਹਾ ਕਿ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ PPA ਰੱਦ ਕਰੋ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਰਕਾਰ ਆਪਣੇ ਅੰਡਰ ਲਵੇ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਇਹਨਾਂ ਪਲਾਂਟਾਂ ਦੀ ਨੈਸ਼ਨਲਾਈਜੇਸ਼ਨ ਕਰੋ। PPA ਕੈਂਸਲ ਹੋਣ ਦੀ ਸਰ ਕੋਈ ਟਰਮ ਹੀ ਹੈ ਨਹੀਂ ਗੀ। ਜਿਹੜੇ PPA ਨੇ ਉਹਨਾਂ ਵਿੱਚ ਬਿਜਲੀ ਬੋਰਡ ਕੋਲ ਜਾਂ ਪੰਜਾਬ ਸਰਕਾਰ ਕੋਲ ਕਿਤੇ ਕੋਈ ਕਲੌਜ਼ ਹੀ ਨਹੀਂ ਹੈਗੀ ਕਿ ਉਹ PPA ਕੈਂਸਲ ਹੋ ਜਾਣ। ਇਹ ਕੋਈ ਮਿਸਗਾਈਡ ਕੀਤਾ ਜਾ ਰਿਹਾ ਜਿਹੜਾ ਕੋਈ ਕਰ ਰਿਹਾ ਹੈਗਾ। ਸਰ, ਤੁਹਾਡੇ ਦੋਵਾਂ ਤੋਂ ਇੱਕ ਸਵਾਲ ਹੈ ਕਿ ਇਹ ਆਖਰੀ ਸਵਾਲ ਹੋਏਗਾ ਮੇਰਾ, ਕਿ ਪਾਰਟੀਆਂ ਕਹਿੰਦੀਆਂ ਕਿ ਅਸੀਂ ਮੁਫਤ ਬਿਜਲੀ ਦੇ ਦਿਆਂਗੇ। ਠੀਕ ਹੈ ਜੀ, ਦੇਣਗੇ ਤਾਂ ਜੇਕਰ ਉਹਨਾਂ ਕੋਲੇ ਜਿਹੀਆਂ ਸੰਭਾਵਨਾਵਾਂ ਹੋਣਗੀਆਂ ਜਾਂ ਫਿਰ ਬਿਜਲੀ ਵਾਧੂ ਹੋਏਗੀ, ਭਾਵੇਂ ਵਾਧੂ ਨਾ ਵੀ ਹੋਵੇ, ਲੋਕਾਂ ਨੂੰ ਦੇਣ ਜੋਗੀ ਬਿਜਲੀ ਹੋਵੇ ਤਾਂ ਮੁਫਤ ਦੇਣਗੇ ਸਿੱਧੇ ਤੌਰ ਤੇ। ਹੁਣ ਜਿਹੜੇ ਪਿਛਲੇ ਅੰਕੜੇ ਨੇ
ਪਿਛਲੇ ਅੰਕੜਿਆਂ ਦੇ ਮੁਤਾਬਕ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈ ਕਿ ਜਦੋਂ ਤੱਕ ਸਬਸਿਡੀ ਮਿਲ ਰਹੀ ਹੈ ਲੋਕਾਂ ਨੂੰ, ਕੀ ਪੰਜਾਬ ਸਰਕਾਰ PSPCL ਨੂੰ ਉਹ ਬਣਦਾ ਪੈਸਾ ਦੇ ਰਹੀ ਹੈ ਜਾਂ ਫਿਰ ਸਮਰੱਥ ਹੈ ਪੰਜਾਬ ਸਰਕਾਰ ਇਹ ਦੇਣ ਦੇ ਵਿੱਚ? ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ 200 ਨੂੰ ਵਧਾ ਕੇ 400 ਕਰ ਦਿੱਤਾ ਜਾਂਦਾ, 2 ਮਹੀਨਿਆਂ ਦੀ 800 ਹੋਗੀ, ਕੀ ਸਰਕਾਰ ਉਹਦੇ ਵਿੱਚ ਸਮਰੱਥ ਹੈਗੀ ਜਾਂ ਪਿਛਲਾ ਬਕਾਇਆ ਜਿਹੜਾ ਉਹ ਤੁਹਾਨੂੰ ਉਸ ਵੇਲੇ ਮਿਲਦਾ ਰਿਹਾ PSPCL ਦੇ ਵਿੱਚ? ਦੇਖੋ, ਇਸ ਤਰ੍ਹਾਂ ਜੋ ਅੰਕੜੇ ਹੈ, ਜਿਹੜਾ ਚੱਲਦਾ ਸਾਲ ਹੈ 21-22, ਉਹਦੇ ਵਿੱਚ ਤਕਰੀਬਨ 11,000 ਜਾਂ 10,700 ਕਰੋੜ ਰੁਪਇਆ ਸਬਸਿਡੀ ਜਿਹੜੀ ਹੈ ਤੈਅ ਹੋਈ ਹੈ। ਟੋਟਲ ਜਿਹੜਾ 33,000 ਕਰੋੜ ਰੁਪਇਆ ਰੈਵਨਿਊ ਹੈ, ਸੋ ਇਹ ਤਕਰੀਬਨ 31-32% ਹਿੱਸੇਦਾਰੀ ਜਿਹੜੀ ਹੈ ਸਬਸਿਡੀ ਦੀ ਬਣਦੀ ਹੈ। ਵੀ ਖਪਤਕਾਰਾਂ ਨੂੰ ਬਿੱਲ ਨਹੀਂ ਲੈਣਾ, ਪੰਜਾਬ ਸਰਕਾਰ ਠੀਕ ਦੇਗੀ, ਰਾਈਟ। ਤੇ ਇਹ ਕੌਮੀ ਪੱਧਰ ਤੇ ਜਿਹੜਾ ਅੰਕੜਾ ਹੈ 17-18% ਹੈ। ਸੋ ਪੰਜਾਬ 'ਚ ਸਬਸਿਡੀ ਬਿੱਲ ਪਹਿਲਾਂ ਹੀ ਬਹੁਤ ਹਾਈ ਸਾਈਡ ਤੇ ਹੈ। ਜੇ ਇਹਨੂੰ ਸਬਸਿਡੀ ਬਿੱਲ ਨੂੰ ਹੋਰ ਵਧਾਇਆ ਤੇ ਇਹ ਅੰਕੜਾ ਹੋਰ ਵੱਧ ਜਾਏਗਾ ਜੀ, ਠੀਕ ਹੈ ਜੀ। ਤੇ ਇੱਕ ਚੀਜ਼, ਦੂਜਾ ਸਵਾਲ ਹੈ ਵੀ ਇਹ ਦੇ ਰਹੀ ਹੈ ਜਾਂ ਨਹੀਂ ਦੇ ਰਹੀ। ਉਹ ਹੈ ਵੀ ਅੱਜ ਦੀ ਤਰੀਕ 'ਚ ਵੀ ਤਕਰੀਬਨ 6500 ਕਰੋੜ ਰੁਪਈਆ ਜਿਹੜੀ ਸਬਸਿਡੀ ਬਿੱਲ ਪੈਂਡਿੰਗ ਹੈ ਅੱਜ ਦੀ ਤਰੀਕ 'ਚ। ਉਹ ਸਿਰਫ ਉਹੀ 200 ਯੂਨਿਟ ਦੀ ਸਬਸਿਡੀ ਦਾ ਵੀ 6500 ਕਰੋੜ ਬਕਾਇਆ ਪਿਆ। ਲੋਕਾਂ ਜੋਖਾ ਸਾਰੀ ਮਿਲਾ ਕੇ PSPCL ਲਗਾਤਾਰ ਮੰਗ ਵੀ ਰਿਹਾ ਹੋਊਗਾ ਤੇ ਸਰਕਾਰ ਹਾਲੇ ਤੱਕ ਪੇ ਨਹੀਂ ਕਰ ਸਕਦੀ। ਮੇਨ ਹੈ ਸਾਰੀ ਉਹਦੇ ਵਿੱਚ ਇਕੱਲੇ 200 ਯੂਨਿਟਾਂ ਦੀ ਨਹੀਂ, ਐਗਰੀਕਲਚਰ ਵਾਲੀ, ਇੰਡਸਟਰੀ ਵਾਲੀ, ਉਹ ਸਾਰੀ ਦਾ 6500 ਕਰੋੜ ਰੁਪਈਆ ਹੈਗਾ। ਮਤਲਬ 10,000 ਦੇ ਵਿੱਚੋਂ 6500 ਬਕਾਇਆ। ਦੇਖੋ, ਇਹਦੇ ਵਾਅਦੇ ਵੀ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਲੋਕਾਂ ਦੇ ਨਾਲ, ਉਹ ਲੋਕਾਂ ਲਈ ਸੰਭਾਵਨਾਵਾਂ ਹਾਲੇ ਵੀ ਘੱਟ ਨੇ, ਪਤਾ ਨਹੀਂ ਮਿਲੂ ਕਿ ਨਾ ਮਿਲੂ। ਸਬਸਿਡੀ ਦੇ ਬਾਰੇ ਮੈਂ ਇੱਕ ਹੋਰ ਗੱਲ ਕਹਿਣਾ ਕਿ PSPCL ਨੇ ਲੋਕਾਂ ਨੂੰ ਬਿਜਲੀ ਦੇਣੀ ਹੈ, ਮਹਿੰਗੀ ਬਿਜਲੀ, ਚਾਹੇ ਗ੍ਰਿਡ ਤੋਂ ਜਿੱਦਾਂ ਮਰਜ਼ੀ ਕਰੇ ਉਹਨੇ, ਤਾਂ ਉਹਦੀ ਕਿਉਂਕਿ ਜਵਾਬਦੇਹੀ ਹੈ, ਉਹਦੀ ਜ਼ਿੰਮੇਵਾਰੀ ਹੈ। ਤੇ ਜੇ ਸਬਸਿਡੀ ਨਹੀਂ ਮਿਲ ਰਹੀ, ਸਪੋਜ਼ 6-7 ਹਜ਼ਾਰ ਕਰੋੜ ਰੁਪਏ ਪੈਂਡਿੰਗ ਹੈ, ਉਹ ਬਿਜਲੀ ਤਾਂ ਨਹੀਂ ਕੱਟ ਕਰਦਾ, ਸਗੋਂ ਬਿਜਲੀ ਤਾਂ ਜਿੰਨਾ ਉਹਨੂੰ ਜੇ 6-6.5 ਰੁਪਏ ਐਵਰੇਜ ਕੰਜ਼ਿਊਮਰ ਤੋਂ ਆ ਰਿਹਾ, ਉਹ ਤਾਂ 16-17 ਰੁਪਏ ਤੱਕ ਦੀ ਵੀ ਬਿਜਲੀ ਲੈ ਰਿਹਾ, ਠੀਕ ਹੈ। ਤੇ ਉਹਨੇ ਤਾਂ ਖਰਚੇ ਕਰੀ ਜਾਣੇ ਆ ਜੀ, ਠੀਕ ਹੈ। ਉਹ ਖਰਚੇ ਜਦੋਂ ਕਰੀ ਜਾਣੇ ਆ ਤੇ ਉਹ ਪੈਸਾ ਕਿੱਥੋਂ ਆਣਾ ਹੈ? ਉਹ ਪੈਸਾ ਉਹਨੂੰ ਲੋਨ ਚੱਕਣਾ ਪੈਂਦਾ ਬੈਂਕਾਂ ਤੋਂ ਲੋਨ ਚੱਕਦਾ, ਉਹਦੀ ਵਿੱਤੀ ਹਾਲਤ ਖਰਾਬ ਹੁੰਦੀ ਹੈ। ਸੋ ਸਾਰਾ ਨਾ ਇੱਕ ਸਾਈਕਲ ਚੱਲਦਾ ਜੀ ਪੁੱਠਾ ਜਿਹੜਾ ਹੈ, ਉਹ ਹੈ ਜੀ। ਔਰ ਸਿਆਸਤਦਾਨਾਂ ਦਾ ਚਲਾਇਆ ਹੋਇਆ ਸਾਈਕਲ। ਠੀਕ ਹੈ ਜੀ, ਤਾਂ ਸਿੱਧੇ ਤੌਰ ਤੇ ਜ਼ਰੂਰੀ ਬਣ ਜਾਂਦਾ ਹੈ। ਸਿਆਸਤਦਾਨ ਤਾਂ ਤੁਹਾਡੇ ਨਾਲ ਬਹੁਤ ਵਾਅਦੇ ਕਰਦੇ ਨੇ ਕਿ ਅਸੀਂ ਤੁਹਾਨੂੰ ਬਹੁਤ ਕੁਝ ਦੇ ਸਕਦੇ ਹਾਂ, ਜਾਂ ਸਾਡਾ ਖਜ਼ਾਨਾ ਇਸ ਹਾਲਤ ਦੇ ਵਿੱਚ ਹੈ ਕਿ ਤੁਹਾਨੂੰ ਅਸੀਂ ਫ੍ਰੀ ਚੀਜ਼ਾਂ ਪ੍ਰੋਵਾਈਡ ਕਰਵਾ ਸਕਦੇ ਹਾਂ। ਪਰ ਸਿੱਧੇ ਤੌਰ ਤੇ ਇਹ ਉਹ ਲੋਕ ਸੀ ਜਿਹੜੇ ਇਸ ਸਿਸਟਮ ਦੇ ਵਿੱਚ ਕੰਮ ਕਰਕੇ ਆਏ ਆ, ਔਰ ਵੱਡੇ ਅਹੁਦਿਆਂ ਤੇ ਕੰਮ ਕਰਕੇ ਆਏ ਹੋਏ ਇਹ ਲੋਕ ਸੀ, ਔਰ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਨਾ ਤਾਂ ਇਸ ਹਾਲਤ 'ਚ ਹੈ ਕਿ ਉਹ ਮੁਫਤ ਇੰਨੀ ਜ਼ਿਆਦਾ ਬਿਜਲੀ ਦੇ ਸਕਦੇ। ਦੂਜੀ ਗੱਲ, ਜੇ ਦੇ ਵੀ ਸਕਦੇ ਨੇ ਤਾਂ ਪੰਜਾਬ ਕੋਲ ਇੰਨੀ ਜ਼ਿਆਦਾ ਬਿਜਲੀ ਨਹੀਂ ਹੈਗੀ ਕਿ ਦਿੱਤੀ ਜਾ ਸਕਦੀ ਆ। ਸੰਭਾਵਨਾਵਾਂ ਪੈਦਾ ਕਰਨੀਆਂ ਪੈਣਗੀਆਂ, ਸਰਕਾਰ ਨੂੰ ਇਹਦੇ ਤੇ ਮੰਥਨ ਕਰਨਾ ਪਏਗਾ ਕਿ PPA ਰੱਦ ਕਰਕੇ ਮਸਲਾ ਹੱਲ ਹੋਣਾ ਜਾਂ ਫਿਰ ਉਹ ਜਿਹੜੇ ਪ੍ਰਾਈਵੇਟ ਥਰਮਲ ਹੈ ਉਹਨਾਂ ਨੂੰ ਖਰੀਦ ਕੇ ਹੱਲ ਹੋਣਾ। ਕਹਿੰਦੇ ਸਮਾਂ ਮੰਗਿਆ ਪੰਜਾਬ ਸਰਕਾਰ ਤੋਂ, ਪੰਜਾਬ ਸਰਕਾਰ ਨੂੰ ਮਿਲ ਪਾਉਂਦੇ ਨੇ ਜਾਂ ਨਹੀਂ ਮਿਲ ਪਾਉਂਦੇ, ਇਹ ਵੀ ਦੇਖਣਾ ਲਾਜ਼ਮੀ ਹੋਏਗਾ। ਔਰ ਦੂਜੀ ਗੱਲ ਕਿ ਮਿਲਣ ਤੋਂ ਬਾਅਦ ਕੀ ਇਹ ਜਿਹੜੇ ਪ੍ਰਾਈਵੇਟ ਥਰਮਲ ਹੈ ਸਰਕਾਰ ਖਰੀਦਣ ਦੇ ਹੱਕ ਵਿੱਚ ਆਉਂਦੀ ਹੈ ਜਾਂ ਨਹੀਂ ਆਉਂਦੀ, ਇਹ ਸਭ ਤੋਂ ਵੱਡਾ ਸਵਾਲ ਰਹੇਗਾ। ਆਪਣੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਮੈਂ ਰਵੀ ਸੰਗਰਾਹੁਰ, ਦਾ ਅਨਮਿਊਟ, ਚੰਡੀਗੜ੍ਹ।